ਵਾਹਿਗੁਰੂ ਸਾਹਿਬ ਜੀ। ਐਸੋ ਗੁਣ मेरो प्रभ जी कीना, पंच दोख अर अहंग रोग, एह तन ते सगल दूर कीना। पंच दोख अर अहंग रोग, एह तन ते सगल दूर कीना। निमाणिया नूं माण, बेसमझां नूं समझ, सूझ बूझ अंधकार मन दा नेरा, दूर कार निरंकार परवतगार परमेश्वर नूं मिलाउण वाले सांझे रहबर, मनुखता दा भला करन वाले शब्दा अवतार शब्द गुरु जागत जोत साहिब श्री गुरु ग्रंथ साहिब महाराज जी दे पावन हजूरी अंदर जिथे सानू सब नूं तन करके आउण दा अवसर प्राप्त होया है। साध संगत जी आओ मन करके भी गुरु चरणा विच जुड़िए, रसना अनुसारे सफला करिए, कोई भी रसना वांझी ना रह जावे। सतनाम श्री वाहिगुरु साहिब जी, सतनाम श्री वाहिगुरु साहिब जी। भाई साहब शब्द हुणे पढ़ रहे सन, जो सूरा तिस ही होए मरना, जो भागै तिस जोनी फिरना। मैं सूरमे वाले आउणा है क्योंकि शहीदी साके चल रहे ने, जो 1984 ਨੂੰ समर्पित ये प्रोग्राम है, हर साल की तरह आरंभिया जाता है। इस नूं असीं मुख रखना है, पर अज दे हुक्म विच जो मेरे साहिब जी ने सानू कुछ हदायत दी है, कुछ चानना पाया है। कई बार ऐसा होंदा है असीं गुरुद्वारे आउंदे आ ते ये सुणनों मिलिया शहादत किवें होई, शहीद किवें होए, ते कईयां दे मन दे विच ये ख्याल आउंदा है भी इत्थे ते मौत दी गल ही हो रही है, मौत दी ही गल हो रही है। असीं ते गुरबाणी सरवण करन वास्ते आए सी। मौत दे विचों ही जीवन मिलदा है। पहला मरण कबूल, जीवन की छड़ आस, हो सबना की रेणका, तो आओ हमारे पास। मौत जे चित दे विच चेता है तो चित तां ही परमात्मा नाल जुड़ सकदा है। जे मौत याद नहीं है तो रब भी भुल गया। तो जिन्हां नूं परमात्मा याद आउंदा है वो इस तो घबराउंदे नहीं है, इस तो डोलदे नहीं है। अज दे हुक्म विच मेरे पातशाह जी कहते हैं ऐसो गुण, इत्थे रुक जाइए। मेरो प्रभ जी कीन, गुण तो भाव करांगे इहदे अर्थ परोपकार, भलाई। मेरे गुरु ने, मेरे मालक ने, साहिब श्री गुरु अर्जन साहिब महाराज जी अज दे हुक्म विच दसदे ने कि मेरे मालक ने मेरे उत्ते इहो जिहा गुण भाव परोपकार कीता है। किहड़ा परोपकार कीता है? पंच दोख अर अहंग रोग। थोड़ा जिहा बरीकी का विशा है, थोड़ा जिहा ध्यान देना पैना तां गल पकड़ जाएगी, वरना एवं नहीं आनी। पंच दोख अर अहंग रोग, अर्दा हो गया अते, अहंग तो भाव हो गया अहंकार। ते पंज दोख किहड़े ने जी? पंज दोख तो भाव है दोष। ਜਿਹੜੇ ਮਨੁੱਖ ਦੇ ਵਿੱਚ ਦੋਸ਼ ਜਿਹੜੇ ਭਰੇ ਹੋਏ ਨੇ, ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੋਸ਼ ਅਤੇ ਅਹੰਗ ਰੋਗ ਨੂੰ ਵੱਖਰਾ ਵੱਖਰਾ ਕਰਕੇ ਦੱਸਦੇ ਨੇ
ਕਈ ਵਾਰੀ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਿਣ ਜਾਂਦੇ ਆ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਿਣ ਗਏ ਤੇ ਫਿਰ 5 ਤੇ ਇਹ ਹੋ ਗਏ, ਤੇ ਹੰਕਾਰ ਨੂੰ ਵੱਖਰਾ ਕਿਵੇਂ? ਕਿਉਂਕਿ ਉਹ 5 ਦੇ ਵਿੱਚ ਉਹਦੀ ਗਿਣਤੀ ਆ ਗਈ। ਨਹੀਂ, ਇੱਥੇ ਦੋਖ ਤੋਂ ਭਾਵ ਹੈ ਦੋਸ਼। ਦੋਸ਼ ਮਨੁੱਖ ਦੇ ਵਿੱਚ ਭਰੇ ਹੋਏ ਨੇ। ਮੇਰੇ ਸਾਹਿਬ ਜੀ ਸਾਨੂੰ ਦੱਸਦੇ ਨੇ 5 ਤੇ ਇਹ ਵਿਕਾਰ ਤੇ ਭਰੇ ਹੋਏ ਨੇ, ਤੇ ਵਿੱਚ ਇਹਨਾਂ ਦੇ ਦੋਸ਼ ਦਾ ਅਰਥ ਕਰਾਂਗੇ ਐਬ। ਮਨੁੱਖ ਦੇ ਅੰਦਰ ਐਬ ਭਰੇ ਹੋਏ ਨੇ। ਕਿਹੜੇ ਐਬ ਭਰੇ ਹੋਏ ਨੇ? ਪੰਚ ਦੋਖ। ਇੱਕ ਧਿਆਨ ਦਿਆ ਜੇ, ਪਹਿਲਾ ਐਬ ਇੱਕ ਮਿਰਗ ਦੇ ਵਿੱਚ ਹੈ ਸੁਣਨਾ, ਕੰਡ ਹੇੜੇ ਦੀ ਆਵਾਜ਼। ਮੈਂ ਪੂਰਾ ਸ਼ਬਦ ਪੜ੍ਹਦੇ ਆਂ, ਤੋਕਾਂ ਪੜ੍ਹਦੇ ਆਂ, ਫਿਰ ਇਹਦੇ ਅਰਥ ਆਪ ਜੀ ਨੂੰ ਛੇਤੀ ਸਮਝ ਆਉਣਗੇ। ਮਿਰਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਦੋਖ ਮੀਨਸ ਦੋਸ਼। ਮਿਰਗ ਦੇ ਵਿੱਚ ਇੱਕ ਦੋਸ਼ ਹੈ। ਉਹ ਦੋਸ਼, ਉਹ ਐਬ ਕਿਹੜਾ ਹੈ? ਉਹ ਕੰਨ ਰਸ ਲੈਂਦਾ। ਤੇ ਜਦੋਂ ਕੰਨ ਰਸ ਲੈਂਦਾ ਹੈ ਨਾ, ਤੇ ਆਪਣਾ ਆਪ ਬਾਹਰ ਹੋ ਜਾਂਦਾ ਏ। ਕੰਨ ਰਸ ਲੈਂਦਿਆਂ ਹੋਇਆਂ ਕੰਡ ਹੇੜੇ ਦੀ ਆਵਾਜ਼ ਸੁਣਦਾ ਹੈ। ਜਦੋਂ ਸ਼ਿਕਾਰੀ ਨੇ ਮਿਰਗ ਨੂੰ ਫੜਨਾ ਹੋਵੇ, ਇੱਕ ਬਰਤਨ ਲੈ ਕੇ ਉਹਦੇ ਉੱਤੇ ਖਲ ਮੜ ਕੇ ਤੇ ਆਟਾ ਲਾ ਕੇ ਜਦੋਂ ਵਜਾਉਂਦਾ ਹੈ ਨਾ, ਤੇ ਉਸ ਜਿਵੇਂ ਹੁਣ ਤਬਲਾ ਵਜਾ ਰਹੇ ਸਨ ਗੁਰੂ ਕੇ ਕੀਰਤਨੀਏ, ਤੇ ਜਦੋਂ ਉਹਦੀ ਆਵਾਜ਼ ਆਉਂਦੀ, ਉਹਦਾ ਸਾਊਂਡ ਆਉਂਦਾ ਹੈ, ਤੇ ਜਿਹੜਾ ਮਿਰਗ ਹੈ ਉਸ ਸਾਊਂਡ ਦੇ ਉੱਤੇ ਪ੍ਰਸੰਨ ਹੋ ਜਾਂਦਾ ਹੈ। ਕੰਨਾਂ ਦੁਆਰਾ ਜਦੋਂ ਸਾਊਂਡ ਸੁਣਦਾ ਹੈ, ਜਿੱਧਰੋਂ ਸਾਊਂਡ ਆਉਂਦਾ, ਜਿੱਧਰੋਂ ਆਵਾਜ਼ ਆਉਂਦੀ ਹੈ, ਉਸ ਪਾਸੇ ਤੁਰਦਾ ਹੈ, ਤੇ ਉਧਰੋਂ ਉਹ ਸ਼ਿਕਾਰੀ ਉਹਨੂੰ ਫੜ ਲੈਂਦਾ ਹੈ। ਹੁਣ ਕਈਆਂ ਦੇ ਗਲ 'ਚ ਪਕੜ 'ਚ ਨਹੀਂ ਗੱਲ ਆਈ ਹੋਣੀ, ਜਦੋਂ ਸਪੇਰੇ ਨੇ ਸੱਪ ਨੂੰ ਫੜਨਾ ਹੋਵੇ, ਉਦੋਂ ਕੀ ਕਰਦਾ ਹੈ? ਉਹ ਸੱਪ ਨੂੰ ਫੜਨ ਵਾਸਤੇ ਜਾ ਕੇ ਵਰਮੀ ਦੇ ਨੇੜੇ ਬੀਨ ਵਜਾਉਂਦਾ ਹੈ। ਤੇ ਜਦੋਂ ਬੀਨ ਵਜਾਉਂਦਾ ਹੈ ਨਾ ਸਪੇਰਾ, ਤੇ ਵਰਮੀ ਦੇ ਵਿੱਚ ਸੱਪ ਬੈਠਾ ਹੈ, ਜੇ ਤੇ ਬਾਹਰ ਨਾ ਆਉਂਦਾ ਤੇ ਉਹਨੂੰ ਮਾਰ ਨਹੀਂ ਸਕਦਾ ਸੀ, ਉਹਨੂੰ ਫੜ ਨਹੀਂ ਸੀ ਸਕਦਾ ਸਪੇਰਾ। ਪਰ ਉਹ ਕੰਨ ਰਸ ਲੈਣ ਵਾਸਤੇ ਬਾਹਰ ਆ ਗਿਆ। ਜਿਵੇਂ ਬਾਹਰ ਆਇਆ, ਉਸੇ ਵੇਲੇ ਹੀ ਸਪੇਰੇ ਨੇ ਸੱਪ ਨੂੰ ਫੜ ਲਿਆ, ਉਹਦੀ ਜ਼ਹਿਰ ਕੱਢ ਕੇ ਉਹਨੂੰ ਪਟਾਰੀ ਦੇ ਵਿੱਚ ਪਾ ਦਿੱਤਾ। ਭਾਵੇਂ ਭੁੱਖਾ ਰੱਖੇ, ਭਾਵੇਂ ਉਹਨੂੰ ਜਿੱਧਰ ਮਰਜ਼ੀ ਜਿਸ ਤਰ੍ਹਾਂ ਦਾ ਮਰਜ਼ੀ ਕਰੇ, ਉਹ ਆਜ਼ਾਦ ਸੀ। ਉਹਨੂੰ ਹੁਣ ਕੈਦ ਕਰ ਲਿਆ, ਲੋਕਾਂ ਨੂੰ ਵਿਖਾ ਕੇ। ਉਹ ਕਹਿੰਦਾ ਵੀ ਇਹ ਨਾਗ ਦੇਵਤੇ ਨੂੰ ਮੱਥਾ ਟੇਕੋ। ਕਈ ਵਾਰੀ ਇੱਥੇ ਤਾਂ ਮੈਂ ਵੇਖਿਆ ਨਹੀਂ, ਇੰਡੀਆ ਦੇ ਵਿੱਚ ਹੈਗਾ ਵੀ ਪਟਾਰੀ ਵਿੱਚ ਪਾਈ ਫਿਰਦੇ ਨੇ, ਤੇ ਕਹਿੰਦੇ ਨੇ ਨਾਗ ਦੇਵਤਾ, ਇਹਨੂੰ ਮੱਥਾ ਟੇਕੋ, ਤੇ ਉਹ ਪੈਸੇ ਉਗਾਉਂਦੇ ਨੇ। ਕਹਿਣ ਤੋਂ ਭਾਵ ਇਹ ਹੈ ਕਿ ਉਹ ਵਰਮੀ ਵਿੱਚ ਰਹਿੰਦਾ, ਬਾਹਰ ਨਾ ਆਉਂਦਾ, ਕੰਨ ਰਸ ਲੈਣ ਲਈ ਆਜ਼ਾਦ ਸੀ। ਇੱਕ ਦੋਸ਼ ਨੇ, ਕੰਨ ਰਸ ਨੇ ਉਹਨੂੰ ਕੈਦ ਸਦਾ ਲਈ ਕਰਾ ਦਿੱਤਾ। ਮੇਰੇ ਸਾਹਿਬ ਜੀ ਕਹਿੰਦੇ ਨੇ ਮਿਰਗ ਦੇ ਵਿੱਚ ਵੀ ਕੰਡ ਹੇੜੇ ਦੀ, ਇਸ ਜਾਨਵਰ ਦੇ ਵਿੱਚ ਕੰਨ ਰਸ ਲੈਣ ਦੀ ਜਿਹੜੀ ਹੈ ਨਾ ਬਹੁਤ ਹੀ ਚਾਹਤ ਹੈ, ਤੇ ਬੰਦਾ ਵੀ ਕੰਨ ਰਸ ਲੈਂਦਾ ਹੈ। ਰੱਬ ਨੇ ਇਹ ਨਹੀਂ ਕਿਹਾ ਤੂੰ ਕੰਨ ਬੰਦ ਕਰਕੇ ਬਹਿ ਜਾ, ਸੁਣੀ ਨਾ ਕਿਸੇ ਦੀ ਗੱਲ। ਮੇਰੇ ਸਾਹਿਬ ਜੀ ਨੇ ਕਿਹਾ ਕੰਨ ਰਸ ਲੈ, ਪਰ ਗੰਦੇ ਗੀਤਾਂ ਦਾ, ਗੰਦੇ ਬੋਲਾਂ ਦਾ ਨਾਲ ਹੈ। ਜਦੋਂ ਮਨੁੱਖ ਕੋਈ ਗੰਦੇ ਬੋਲ ਕੰਨ ਵਿੱਚ ਪੈਂਦੇ ਨੇ, ਕੋਈ ਸਿੰਗਰ ਆਇਆ ਹੋਵੇ ਗੰਦੇ ਬੋਲ ਘੜ ਘੜ ਕੇ ਸਾਡੇ ਜਦੋਂ ਕੰਨ ਵਿੱਚ ਪਾਉਂਦਾ ਹੈ, ਤੇ ਅਸੀਂ ਬੜੇ ਕੰਨ ਸੁਚੇਤ ਹੋ ਕੇ, ਬੜੇ ਸੁਚੇਤ ਹੋ ਕੇ, ਬੜਾ ਧਿਆਨ, ਮੈਡੀਟੇਸ਼ਨ, ਉੱਥੇ ਸਾਡਾ ਸਾਰੇ ਦਾ ਸਾਰਾ ਧਿਆਨ ਹੁੰਦਾ ਹੈ ਵੀ ਜਿਹੜਾ ਟੱਪਾ ਇਹਨੇ ਹੁਣ ਕਿਹਾ ਹੈ, ਅਗਲਾ ਕਿਹੜਾ ਕਹਿਣ ਵਾਲਾ ਜਾਂ ਕਹਿਣ ਵਾਲੀ ਹੈ, ਧਿਆਨ ਨਾਲ ਸੁਣੀਏ ਕਿ ਨਿਕਲ ਨਾ ਜਾਏ। ਪਰ ਮੈਂ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਬੈਠੇ ਹੋ, ਤੁਸੀਂ ਇਸ ਸ਼ਬਦ ਨੂੰ ਵੀ ਬੜੇ ਧਿਆਨ ਨਾਲ ਸੁਣ ਰਹੇ ਹੋ, ਗੁਰੂ ਦੇ ਸ਼ਬਦ ਨੂੰ ਵੀ। ਕਈ ਵਾਰੀ ਐਸਾ ਹੁੰਦਾ ਹੈ ਅਸੀਂ ਗੁਰੂ ਦੀ ਬਾਣੀ ਕੀਰਤਨੀਏ, ਕੀਰਤਨ ਕਰਦੇ ਹੋਣ, ਕਥਾਵਾਚ ਕਥਾ ਕਰਦੇ ਹੋਣ, ਤੇ ਕਈ ਵਾਰੀ ਅਸੀਂ ਆਪਣੀਆਂ ਆਪ ਗੱਲਾਂ ਕਰਦੇ ਹੁੰਦੇ ਹਾਂ, ਧਿਆਨ ਨਹੀਂ ਦਿੰਦੇ। ਪਰ ਤੁਸੀਂ ਜ਼ਰੂਰ ਧਿਆਨ ਦੇ ਰਹੇ ਹੋ, ਮੈਂ ਵੇਖ ਰਿਹਾ ਸਾਰਿਆਂ। ਮੇਰੇ ਸਾਹਿਬ ਜੀ ਕਹਿੰਦੇ ਨੇ ਮਿਰਗ ਦੇ ਵਿੱਚ ਕੰਡ ਹੇੜੇ ਦੀ ਆਵਾਜ਼ ਸੁਣਨ ਦਾ ਇੱਕ ਐਬ, ਤੇ ਮਨੁੱਖ ਤੇਰੇ ਅੰਦਰ ਐਬ ਹੈ ਗੰਦੇ ਬੋਲ ਸੁਣਨ ਦਾ। ਕੰਨ ਰਸ, ਗੰਦੇ ਬੋਲ ਸੁਣਨਾ ਹੈ, ਤੂੰ ਕੰਨ ਰਸ ਲੈਣਾ ਹੈ। ਮੇਰੇ ਪਾਤਸ਼ਾਹ ਨੇ ਕਿਹਾ ਕੰਨ ਬੰਦ ਕਰਨ ਦੀ ਲੋੜ ਨਹੀਂ ਹੈ। ਕਈ ਕਹਿੰਦੇ ਨੇ ਕੰਨ ਬੰਦ ਕਰ ਲੋ, ਕਰਨ ਮੁੰਦ ਘਾਲਿਆ, ਇਹਨਾਂ ਵਿੱਚ ਬੁੰਦੇ ਦੇ ਦਿਓ, ਗੱਲ ਸੁਣੋ ਹੀ ਨਹੀਂ। ਨਹੀਂ, ਸੁਣੋ, ਸੁਣਨ ਵਾਸਤੇ ਹੀ ਕੰਨ ਲਾਏ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜੋ ਸਾਨੂੰ ਉਪਦੇਸ਼ ਗੁਰੂ ਕੀ ਬਾਣੀ ਰਾਹੀਂ ਮਿਲਦਾ ਹੈ, ਜੋ ਗੁਰੂ ਰਾਹੀਂ ਸਾਨੂੰ ਗਿਆਨ ਮਿਲਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਬਾਣੀ ਹੈ ਨਾ, ਇਹ ਗਿਆਨ ਹੈ, ਇਹ ਪ੍ਰਕਾਸ਼ ਹੈ, ਚਾਨਣਾ ਕਰਦਾ ਹੈ।
ਤੇ ਇਹ ਸੁਣੋ ਜ਼ਰੂਰ, ਇਹ ਸੁਣਨ ਵਾਸਤੇ ਹੀ ਕੰਨ ਲਾਏ ਨੇ, ਕੰਨ ਬੰਦ ਕਰਨ ਵਾਸਤੇ ਨਹੀਂ ਰੱਬ ਨੇ। ਜੇ ਕੰਨ ਦੀ ਲੋੜ ਨਾ ਹੁੰਦੀ ਤੇ ਰੱਬ ਦਿੰਦਾ ਹੀ ਨਾ, ਕੰਨ ਸੁਣਦੇ ਹੀ ਨਾ। ਇਹਨਾਂ ਦੀ ਲੋੜ ਹੈ, ਪਰ ਸੁਣਨਾ ਕੀ ਹੈ? ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ। ਕਈ ਵਾਰੀ ਅਸੀਂ ਗੁਰੂ ਦੀ ਸਿੱਖਿਆ ਸੁਣਨ ਲੱਗਿਆਂ ਕੰਨਾਂ ਨੂੰ ਬੰਦ ਕਰ ਲਿਆ, ਮੀਨਸ ਧਿਆਨ ਨਹੀਂ ਦਿੰਦੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਮਨੁੱਖ ਤੇਰੇ ਅੰਦਰ ਇਹ ਵੀ ਐਬ ਹੈ, ਤੂੰ ਗੁਰੂ ਦੀ ਗੱਲ ਨਹੀਂ ਸੁਣਦਾ, ਤੂੰ ਮਾੜੇ ਬੋਲ ਜ਼ਰੂਰ ਧਿਆਨ ਨਾਲ ਕੰਨਾਂ ਨਾਲ ਸੁਣਦਾ। ਫਿਰ ਕਿਹਾ ਮਿਰਗ ਮੀਨ, ਮੀਨ ਦੂਸਰਾ ਆ ਗਿਆ, ਉਂਗਲਾਂ ਤੇ ਗਿਣੀ ਜਾਇਆ ਜੇ। ਮੀਨ ਕਹਿੰਦੇ ਨੇ ਮੱਛੀ ਨੂੰ। ਮੱਛੀ ਦੇ ਵਿੱਚ ਵੀ ਇੱਕ ਐਬ ਹੈ। ਕਿਹੜਾ ਐਬ ਹੈ? ਜਿੱਬ ਦਾ ਚਸਕਾ। ਮਨੁੱਖ ਅੰਦਰ ਵੀ ਵੇਖੋ ਜਿੱਬ ਦਾ ਚਸਕਾ ਹੈ। ਜਿੱਬ ਦੇ ਚਸਕੇ ਲਈ ਕਿੰਨੇ ਪ੍ਰਕਾਰ ਦੀਆਂ ਵੈਰਾਈਟੀਆਂ ਤਿਆਰ ਕਰਾਈਆਂ ਜਾਂਦੀਆਂ ਨੇ। ਅੱਜ ਹੌਸਪਿਟੈਲਿਟੀ ਦੇ ਕੋਰਸ ਕੀਤੇ ਜਾਂਦੇ ਨੇ ਵੀ ਖਾਣੇ ਨੂੰ ਕਿਸ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਏਗਾ। ਜਿੱਬ ਦਾ ਚਸਕਾ ਹੀ ਹੈ। ਖਾਣੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ, ਇਹਦੇ ਵਿੱਚ ਕਿਹੋ ਜਿਹੇ ਗੁਣ, ਕਿਹੋ ਜਿਹੇ ਰਸ ਭਰੇ ਜਾਣ, ਕਿਹੋ ਜਿਹੀ ਇਹਨਾਂ ਨੂੰ ਡਿਸ਼ ਤਿਆਰ ਕੀਤੀ ਜਾਵੇ, ਕਿਹੋ ਜਿਹੀ ਇਹਨਾਂ ਨੂੰ ਦਿੱਖ ਦਿੱਤੀ ਜਾਵੇ, ਕੋਰਸ ਕੀਤੇ ਜਾ ਰਹੇ ਨੇ ਅੱਜ। ਧਿਆਨ ਦਿਆ ਜੇ, ਜਿੱਬ ਦਾ ਚਸਕਾ। ਮੱਛੀ ਵਿੱਚ ਜਿੱਬ ਦਾ ਚਸਕਾ ਕਿਹੜਾ ਹੈ? ਮਾਸ ਦਾ ਟੁਕੜਾ ਕੁੰਡੀ ਦੇ ਉੱਤੇ ਲਾਉਂਦੇ ਨੇ ਮਛੇਰੇ। ਜਦੋਂ ਮਾਸ ਨੂੰ ਕੁੰਡੀ ਉੱਤੇ ਲਾ ਕੇ ਇੱਕ ਡੋਰ ਨਾਲ, ਪੱਕੀ ਨਾਲ ਬੰਨ੍ਹ ਕੇ ਕੁੰਡੀ ਤੇ ਕਾਨਾ ਹੁੰਦਾ ਏ, ਕਾਨੇ ਨਾਲ ਬੰਨ੍ਹ ਦਿੰਦੇ ਨੇ। ਜਦੋਂ ਟੁਕੜਾ ਮਾਸ ਦਾ ਕੁੰਡੀ ਉੱਤੇ ਪਾ ਕੇ ਉਹ ਛੱਪੜ, ਤਲਾਬ, ਪਾਣੀ ਵਿੱਚ ਸੁੱਟਦੇ ਨੇ ਤੇ ਮੱਛੀ ਬੜੀ ਆਜ਼ਾਦ ਹੈ, ਬੜੀਆਂ ਟਪੋਸੀਆਂ ਮਾਰ ਰਹੀ ਸੀ, ਬੜੀਆਂ ਤਾਰੀਆਂ ਮਾਰ ਰਹੀ ਸੀ, ਤਰ ਰਹੀ ਸੀ, ਵਿਕਾਸ ਵਿੱਚ ਸੀ, ਖੜਾਬ ਸੀ। ਆਈ ਤੇ ਉਹਨੇ ਜਿੱਬ ਦੇ ਚਸਕੇ ਨੇ ਸਿਖਾਇਆ। ਵੇਖਿਆ ਮਾਸ ਦਾ ਟੁਕੜਾ ਉਹਨੇ ਮੂੰਹ ਵਿੱਚ ਪਾਇਆ, ਮਾਸ ਨਹੀਂ ਸੀ ਵਿੱਚ, ਕੁੰਡੀ ਉਹਦੀ ਮੌਤ ਲਿਖੀ ਹੋਈ, ਜਿਹੜੀ ਮੌਤ ਹੈ ਉਹਦੇ ਵਿੱਚ ਲੱਗੀ ਹੈ। ਕੁੰਡੀ ਜਿਹੜੀ ਹੈ ਉਹ ਤਾਲਵੇ ਦੇ ਨਾਲ ਅੜੀ। ਕਾਨਾ ਹਿੱਲਿਆ ਤੇ ਮਛੇਰੇ ਨੂੰ ਪਤਾ ਲੱਗ ਗਿਆ, ਉਹਨੇ ਬਾਹਰ ਖਿੱਚਿਆ, ਤਾਲਵਾ ਚੀਰ ਦਿੱਤਾ। ਕੁੰਡੀ ਬਾਹਰ ਕੱਢੀ, ਤਾਲਵਾ ਚੀਰ ਗਿਆ। ਉਸਨੇ ਉਸ ਨੂੰ ਆਪਣੇ ਟੋਕਰੀ ਦੇ ਵਿੱਚ ਜਿਵੇਂ ਸੁੱਟਿਆ, ਅਗਲੀ ਫਿਰ ਫੜਨ ਲਈ ਤਿਆਰ ਹੋ ਗਿਆ। ਧਿਆਨ ਦਿਆ ਜੇ, ਅੱਜ ਬਹੁਤੇ ਸਾਨੂੰ ਸਵਾਲ ਇਹ ਕਰਦੇ ਨੇ, ਭਾਈ ਸਾਹਿਬ ਜੀ ਦੱਸੋ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ? ਅਸੀਂ ਇੱਥੇ ਰੁਕੇ, ਦੁਨੀਆ ਗਾਂਹ ਲੰਘ ਗਈ। ਹਜ਼ਾਰਾਂ ਸਾਲ ਸਾਡੇ ਤੋਂ ਅੱਗੇ ਲੋਕ ਲੰਘ ਗਏ ਨੇ, 100 ਸਾਲ ਅੱਗੇ ਲੰਘ ਗਏ ਨੇ, ਪਰ ਅੱਜ ਦਾ ਸਿੱਖ ਜਿਹੜਾ ਇੱਥੇ ਹੀ ਖਲੋਤਾ ਹੈ। ਬਸ ਸਟੇਜ ਤੋਂ ਉਤਰੋ, ਸਵਾਲ ਹੈ ਭਾਈ ਸਾਹਿਬ ਇਹ ਸਾਨੂੰ ਦੱਸੋ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਅੱਜ ਤੱਕ ਕਿਸੇ ਨੇ ਇਹ ਨਹੀਂ ਪੁੱਛਿਆ, ਭਾਈ ਸਾਹਿਬ ਇਹ ਦੱਸੋ ਕਰੈਕਟਰਲੈਸ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਆਚਰਣ ਚੰਗਾ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਆਚਰਣ ਅਸੀਂ ਹੀਣ ਹੋਣਾ ਚਾਹੀਦਾ ਕਿ? ਕੋਈ ਸਵਾਲ ਨਹੀਂ ਕੀਤਾ ਅੱਜ ਤੱਕ, ਕਿਸੇ ਨੇ ਨਹੀਂ ਪੁੱਛਿਆ ਵੀ ਕਰੈਕਟਰਲੈਸ ਹੋਣਾ ਚੰਗਾ ਹੈ ਜਾਂ ਮਾੜਾ ਹੈ। ਕਿਸੇ ਨੇ ਇਹ ਨਹੀਂ ਪੁੱਛਿਆ ਵੀ ਇਹ ਦੱਸੋ ਵੀ ਚੋਰੀ ਕਰਨੀ ਚੰਗੀ ਹੈ ਜਾਂ ਮਾੜੀ ਹੈ। ਕਿਸੇ ਨੇ ਅੱਜ ਤੱਕ ਇਹ ਨਹੀਂ ਪੁੱਛਿਆ ਵੀ ਇਹ ਦੱਸੋ ਭਾਈ ਸਾਹਿਬ ਨਸ਼ਾ ਕਰਨਾ ਚੰਗਾ ਹੈ ਜਾਂ ਮਾੜਾ ਹੈ। ਅਸੀਂ ਇੱਕ ਥਾਂ ਤੇ ਅੜੇ ਆ, ਕਦੀ ਨਹੀਂ ਇਹ ਪੁੱਛਿਆ ਵੀ ਦੱਸੋ ਨਸ਼ਾ ਕਰਨ ਦੇ ਨਾਲ ਕੀ ਸਾਡਾ ਸਰੀਰ ਗਲ ਜਾਂਦਾ ਹੈ, ਮਾਰੂ ਰੋਗ ਪੈਦਾ ਹੁੰਦੇ ਨੇ? ਨਸ਼ਾ ਕਰਨ ਦੇ ਨਾਲ ਕੀ ਅਸੀਂ ਘਰ ਪਰਿਵਾਰ ਤੋਂ ਵੀ ਦੂਰ ਹੋ ਜਾਂਦੇ ਆ? ਪਰਿਵਾਰਾਂ ਦੇ ਨਾਲ, ਸਮਾਜ ਦੇ ਵਿੱਚ ਸਾਡੇ ਨਫ਼ਰਤ ਪੈਦਾ ਹੋ ਜਾਂਦੀ ਹੈ ਕਿ ਨਸ਼ਾ ਨਹੀਂ ਕਰਨਾ ਚਾਹੀਦਾ? ਕੋਈ ਨਹੀਂ ਪੁੱਛਦਾ। ਜੇ ਗੱਲ ਕਹੀਏ ਤੇ ਉੱਠ ਕੇ ਜ਼ਰੂਰ ਪੈਂਦੇ ਨੇ ਵੀ ਭਾਈ ਨੇ ਸਾਡੇ ਤੇ ਤਵਾ ਲਾ ਦਿੱਤਾ। ਨਹੀਂ, ਇਹ ਤੇ ਸਾਂਝੀ ਗੱਲ ਹੈ। ਜਿਹੜੇ ਕਰਦੇ ਨੇ, ਜਿਹੜਾ ਗੁਨਾਹ ਕਰਦਾ ਉਹ ਉੱਠ ਕੇ ਤੁਰ ਪੈਂਦਾ, ਕਹਿੰਦਾ ਵੀ ਆਪਾਂ ਇਹਨਾਂ ਦੀ ਗੱਲ ਹੀ ਨਹੀਂ ਸੁਣੀ। ਕੋਈ ਨਹੀਂ ਇਹ ਕਹਿੰਦਾ ਕਿ ਨਸ਼ਾ ਕਰਨਾ ਚਾਹੀਦਾ ਹੈ ਕਿ ਨਹੀਂ। ਸਵਾਲ ਨਹੀਂ ਅੱਜ ਤੱਕ ਆਇਆ। ਚੋਰੀ ਕਰਨੀ ਚਾਹੀਦੀ ਹੈ ਕਿ ਨਹੀਂ? ਕੇਸ ਕਤਲ ਕਰਾਉਣੇ ਚਾਹੀਦੇ ਨੇ ਕਿ ਨਹੀਂ? ਆਚਰਣ ਚੰਗਾ ਹੋਣਾ ਚਾਹੀਦਾ ਜਾਂ ਮਾੜਾ? ਕਿਸੇ ਨੇ ਨਹੀਂ। ਪਰ ਇੱਕ ਥਾਂ ਤੇ ਅਸੀਂ ਖਲੋਤੇ ਹੋਏ ਹਾਂ, ਦੱਸੋ ਜੀ ਭਾਈ ਜੀ ਮਾਸ ਖਾਣਾ ਚਾਹੀਦਾ ਕਿ ਨਹੀਂ? ਪਰ ਧਿਆਨ ਦਿਆ ਜੇ, ਇਹ ਵੀ ਜਿੱਬ ਦਾ ਚਸਕਾ ਹੈ। ਆਪਾਂ ਇਹਦੇ ਉੱਤੇ ਮੈਂ ਕੰਟਰੋਵਰਸੀ ਨਹੀਂ ਕਰਨੀ, ਮੈਂ ਇੱਕ ਸਿਰਫ ਧਿਆਨ ਦਿਵਾਉਣਾ ਚਾਹੁੰਦਾ। ਜਿੱਬ ਦਾ ਚਸਕਾ ਹੈ। ਮੱਛੀ ਨੇ ਮਾਸ ਸਮਝ ਕੇ ਆਪਣੇ ਮੂੰਹ ਵਿੱਚ ਟੁਕੜਾ ਪਾਇਆ, ਤਾਲਵੇ ਵਿੱਚ ਕੁੰਡੀ ਅੜ ਗਈ, ਤੜਫਣ ਡਈ ਹੈ। ਜਿੱਬ ਦਾ ਚਸਕਾ ਮਨੁੱਖ ਨੂੰ ਤੜਫਾ ਰਿਹਾ, ਅੱਜ ਵੀ ਤੜਫਾ ਰਿਹਾ। ਜਿੱਬ ਦੇ ਚਸਕੇ ਕਰਕੇ ਅਸੀਂ ਕਈ ਵਾਰੀ ਗੁਰੂ ਘਰ ਨਹੀਂ ਆਉਂਦੇ। ਸ਼ਾਮ ਹੋ ਜਾਂਦੀ ਹੈ ਨਾ, ਕਹਿੰਦੇ ਨੇ ਵੀ ਹੁਣ ਨਸ਼ਾ ਪੀਣ ਦਾ ਟਾਈਮ ਹੈ, ਹੁਣ ਐਸ਼ੋ ਇਸ਼ਰਤ ਵਿੱਚ ਜਾਵਾਂਗੇ, ਮਾੜੇ ਪੁੱਠੇ ਥਾਵਾਂ ਤੇ। ਅੱਜ ਪੱਬ ਕਲੱਬ ਖੁੱਲੇ ਨਹੀਂ, ਹੁਣ ਤੇ ਬੰਦ ਪਏ ਨੇ ਨਾ। ਗੁਰਦੁਆਰੇ ਵਿੱਚ ਨਹੀਂ ਆਉਣਾ, ਉੱਥੇ ਪਹੁੰਚ ਜਾਣਾ।
ਧਿਆਨ ਦਿਆ ਜੇ ਮੇਰੇ ਸਾਹਿਬ ਜੀ ਕਹਿੰਦੇ ਨੇ, ਐ ਮੈਂ ਸ਼ਬਦ ਜਿਹੜਾ ਅੱਜ ਦਾ ਹੁਕਮ ਆਇਆ ਹੈ ਨਾ, ਮੈਂ ਇਸ ਨੂੰ ਲੈ ਲਿਆ। ਵਿਸ਼ਾ ਮੇਰਾ ਇਹ ਚੱਲ ਰਿਹਾ ਸ਼ਹੀਦੀ ਵਾਲੇ। ਬਾਬਾ ਬਚਿੱਤਰ ਸਿੰਘ ਦਾ ਪ੍ਰਸੰਗ ਮੈਂ ਛੇੜਿਆ ਹੋਇਆ ਸੀ, ਸ਼ਾਇਦ ਮੈਨੂੰ ਇਹਦੇ ਵਿੱਚ ਹੀ ਟਾਈਮ ਪੂਰਾ ਹੋ ਜਾਣਾ। ਕਿਆ ਮਿਰਗ ਮੀਨ, ਮੀਨ ਭਾਵ ਜਿਭ ਦਾ ਚਸਕਾ। ਇੱਕ ਜਿਭ ਦੇ ਚਸਕੇ ਨੇ ਉਸ ਨੂੰ ਕਿੱਥੇ ਟੋਕਰੀ ਵਿੱਚ ਸੁੱਟਿਆ ਗਿਆ, ਟੋਕਰੀ ਵਿੱਚ ਤੜਫ ਰਹੀ ਹੈ। ਮਛੇਰੇ ਨੇ ਧਿਆਨ ਨਹੀਂ ਦਿੱਤਾ, ਉਹ ਤੜਫ ਤੜਫ ਕੇ ਆਪਣੇ ਪ੍ਰਾਣ ਦੇ ਰਹੀ ਹੈ। ਮਿਰਗ ਮੀਨ, ਭ੍ਰਿੰਗ, ਪਤੰਗ। ਭ੍ਰਿੰਗ ਕਹਿੰਦੇ ਨੇ ਭੌਰੇ ਨੂੰ। ਭੌਰਾ ਜਿਹੜਾ ਹੈ ਉਹਦੇ ਵਿੱਚ ਇੱਕ ਐਬ ਹੈ ਸੁੰਘਣ ਦਾ। ਮੱਛੀ ਵਿੱਚ ਕੋਈ ਐਬ ਨਹੀਂ, ਇੱਕ ਜਿਭ ਦੇ ਚਸਕੇ ਨੇ ਉਹਨੇ ਮਰਵਾ ਦਿੱਤਾ। ਭੌਰੇ ਦੇ ਵਿੱਚ ਇੱਕ ਐਬ ਹੈ ਸੁੰਘਣ ਦਾ ਦੋਸ਼। ਸੁੰਘਣ ਦਾ ਜਿਹੜਾ ਭੌਰਾ ਹੈ ਉਹ ਕੌਲ ਫੁੱਲ ਦੇ ਨੇੜੇ ਜਾਂਦਾ ਹੈ, ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੇ, ਕੌਲ ਫੁੱਲ ਖਿੜਦਾ ਹੈ, ਉਸ ਦੀ ਖੁਸ਼ਬੂ ਲੈਣ ਲਈ ਜਦੋਂ ਜਾਂਦਾ ਹੈ, ਖੁਸ਼ਬੂ ਲੈਂਦਿਆਂ ਲੈਂਦਿਆਂ ਉਹਦੇ ਉੱਤੇ ਬਹਿ ਜਾਂਦਾ ਹੈ। ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਅਸਤ ਹੁੰਦੀਆਂ ਨੇ, ਤੇ ਜਿਹੜਾ ਕੌਲ ਫੁੱਲ ਹੈ ਉਹ ਆਪਣੀਆਂ ਪੰਖੜੀਆਂ ਨੂੰ ਸਮੇਟ ਲੈਂਦਾ ਹੈ। ਭੌਰਾ ਜਿਹੜਾ ਉਹਦੇ ਵਿੱਚ ਦਬੋਚਿਆ ਜਾਂਦਾ ਹੈ। ਸੁੰਘਣ ਦਾ ਹੀ ਸਿਰਫ ਐਬ ਸੀ, ਪ੍ਰਾਣ ਨਿਕਲ ਗਏ। ਕੌਲ ਫੁੱਲ ਨੇ ਉਹਨੂੰ ਆਪਣੇ ਵਿੱਚ ਦਬੋਚ ਕੇ ਮਾਰ ਦਿੱਤਾ, ਮਰ ਗਿਆ, ਮੌਤ ਹੋ ਗਈ ਸੁੰਘਣ ਦੇ ਚਸਕੇ। ਪਤੰਗ, ਪਤੰਗ ਕਹਿੰਦੇ ਨੇ ਭਮਟੇ ਨੂੰ। ਆ ਜਦੋਂ ਆਪਾਂ ਲਾਈਟ ਜਗਦੀ ਹੁੰਦੀ ਹੈ, ਜੋਤ ਜਗਦੀ ਹੋਵੇ ਜਾਂ ਦੀਵਾ ਜਗਦਾ ਹੋਵੇ, ਬਲਬ ਜਗਦਾ ਹੋਵੇ, ਤੇ ਜਿਹੜੇ ਪਤੰਗੇ ਨੇ ਵੇਖੋ ਬਲਬ ਦੇ ਨੇੜੇ ਕਈ ਚਿਰੜ ਚਿਰੜ ਕਰਕੇ ਸੜ ਜਾਂਦੇ ਨੇ। ਜੋਤ ਜਗਦੀ ਹੈ, ਮੂਵਮੈਂਟ ਕਰਦੀ ਹੈ, ਹਿਲ ਜੁਲ ਜਦੋਂ ਜੋਤ ਕਰਦੀ ਹੈ, ਦੀਵੇ ਦੀ ਲਾਟ ਕਰਦੀ ਹੈ, ਤੇ ਜਿਹੜਾ ਪਤੰਗਾ ਹੈ ਨਾ ਉਹਦੇ ਚਾਰ ਚਫੇਰੇ ਰੌਂਡ ਬੰਨ ਦਿੰਦਾ। ਪਤੰਗਾ ਚਾਰ ਚਫੇਰੇ ਰੌਂਡ ਬੰਨ ਦਿੰਦਾ, ਤੇ ਜਦੋਂ ਰੌਂਡ ਬੰਨ ਦਿੰਦਾ ਵੇਖਦਿਆਂ 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 ਉਸ ਦੀ ਲਾਟ ਦੇ ਨੇੜੇ ਆਉਂਦਾ ਹੈ ਨਾ, ਤੇ ਇੱਕਦਮ ਚਿਰੜ ਹੁੰਦੀ ਹੈ ਤੇ ਪਤੰਗਾ ਸੜ ਜਾਂਦਾ। ਹੁਣ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਮਨੁੱਖ ਪਤੰਗੇ ਵਿੱਚ ਕੇਵਲ ਵੇਖਣ ਦਾ ਐਬ ਹੈ, ਤੇ ਤੇਰੇ ਵਿੱਚ ਵੇਖਣ ਦਾ ਐਬ ਨਹੀਂ। ਤੇਰੇ ਵਿੱਚ ਕਿਹੜਾ ਐਬ ਹੈ? ਉਹਨਾਂ ਵਿੱਚ ਇੱਕ ਇੱਕ ਐਬ ਹੈ, ਤੇਰੇ ਵਿੱਚ ਸਾਰੇ ਭਰੇ ਪਏ ਨੇ। ਤੇਰੇ ਵਿੱਚ ਐਬ ਹੈ ਪਰਾਇਆ ਤਨ ਵੇਖਣ ਦਾ। ਜਿਹੜੀ ਲਾਟ ਹੁੰਦੀ ਹੈ ਨਾ, ਅੱਗ ਹੁੰਦੀ ਹੈ ਨਾ, ਅੱਗ ਵੀ ਕਾਮ ਹੈ, ਅੱਗ ਵੀ ਸੁਹੱਪਣ ਹੈ, ਅੱਗ ਸੁੰਦਰਤਾ ਹੈ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਤੇਰੇ ਵਿੱਚ ਪਰਾਇਆ ਤਨ ਵੇਖਣ ਦਾ ਐਬ ਹੈ। ਪਰਾਇਆ ਤਨ ਵੇਖ ਕੇ ਜਿਹੜਾ ਕਾਮੀ ਪੁਰਸ਼ ਹੈ ਸੜੀ ਤੁਰਿਆ ਜਾਂਦਾ। ਪਰਾਇਆ ਤਨ ਵੇਖ ਕੇ ਸੜੀ ਜਾਂਦਾ ਹੈ, ਵੇਖਣੀ ਹੈ। ਤੇ ਮੇਰੇ ਪਾਤਸ਼ਾਹ ਜੀ ਸਾਨੂੰ ਰੋਜ਼ ਕਹਿੰਦੇ ਨੇ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਅੱਖਾਂ ਰੰਗ ਤਮਾਸ਼ੇ ਵੇਖ ਕੇ ਨਹੀਂ ਕਦੀ ਰੱਜਦੀਆਂ। ਵੇਖੀ ਜਾ ਇਹਨਾਂ ਅੱਖਾਂ ਨਾਲ। ਕਦੀ ਅੱਖਾਂ ਨੇ ਇਹ ਨਹੀਂ ਆਖਿਆ ਵੀ ਹੁਣ ਅਸੀਂ ਰੱਜ ਗਈਆਂ ਵਾਂ। ਮਾੜੇ ਦ੍ਰਿਸ਼ ਵੇਖ ਵੇਖ ਕੇ, ਮਾੜੀਆਂ ਫੋਟੋਆਂ ਵੇਖ ਵੇਖ ਕੇ, ਮਾੜੇ ਦ੍ਰਿਸ਼ ਵੇਖ ਕੇ ਹੁਣ ਰੱਜ ਗਈਆਂ। ਹੁਣ ਅਸੀਂ, ਅੱਖਾਂ ਨੇ ਇਹ ਨਹੀਂ ਕਿਹਾ ਹੁਣ ਨਹੀਂ ਅਸੀਂ ਵੇਖਣੀ। ਵੇਖਣ ਦਾ ਐਬ। ਤੇ ਜਿਹੜਾ ਤ੍ਰਿਸ਼ਨਾਲੂ ਹੈ ਉਹ ਪਰਾਇਆ ਧਨ ਵੇਖ ਕੇ ਸੜੀ ਜਾਂਦਾ ਹੈ। ਉਹਨੂੰ ਆਪਣੇ ਦੁੱਖ ਤੋਂ ਦੁਖੀ ਨਹੀਂ ਹੈ। ਉਹ ਪਰਾਇਆ ਧਨ ਵੇਖਦਾ ਹੈ ਵੀ ਫਲਾਣੇ ਕੋਲ ਬੜਾ ਧਨ ਹੈ, ਫਲਾਣੇ ਕੋਲ ਬੜੀ ਮਾਇਆ ਹੈ, ਫਲਾਣੇ ਦੇ ਕੋਲ ਬੜੇ ਸਹੂਲਤਾਂ ਨੇ, ਸੁੱਖ ਨੇ। ਉਹ ਪਰਾਇਆ ਧਨ ਵੇਖ ਕੇ ਸੜੀ ਜਾਂਦਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਐਬ ਸੀ ਪਤੰਗੇ ਦੇ ਵਿੱਚ ਸੜ ਗਿਆ। ਬੰਦਿਆ ਤੇਰੇ ਵਿੱਚ ਵੀ ਇੱਕ ਐਬ ਹੈ ਪਰਾਇਆ ਤਨ ਵੇਖਣ ਦਾ ਤੇ ਪਰਾਇਆ ਧਨ ਵੇਖਣ ਦਾ। ਆਪਣੇ ਦੁੱਖ ਤੋਂ ਮੇਰੇ ਸਮੇਤ ਆਪਾਂ ਆਪਣੇ ਅੰਦਰ ਧਿਆਨ ਮਾਰ ਕੇ ਵੇਖੀਏ। ਬਹੁਤਾਤ ਗਿਣਤੀ ਇਹ ਹੈ ਕਿ ਅਸੀਂ ਆਪਣੇ ਦੁੱਖ ਤੋਂ ਦੁਖੀ ਨਹੀਂ ਹਾਂ। ਬਹੁਤਾਤ ਗਿਣਤੀ ਇਹ ਹੈ ਕਿ ਅਸੀਂ ਦੂਸਰੇ ਦੇ ਸੁੱਖ ਵੇਖ ਕੇ ਦੁਖੀ ਹਾਂ। ਵੀ ਨਾਲ ਦਾ ਇੰਨਾ ਕਿਉਂ ਸੁਖੀ ਹੈ, ਪੜੋਸੀਆਂ ਦੇ ਕੋਲ ਇੰਨਾ ਧਨ ਕਿਉਂ ਹੈ, ਉਹਨਾਂ ਦੇ ਕੋਲ ਇੰਨੀਆਂ ਵੱਡੀਆਂ ਗੱਡੀਆਂ ਕਿਉਂ ਨੇ। ਅਸੀਂ ਆਪਣੇ ਦੁੱਖ ਤੋਂ ਦੁਖੀ ਨਹੀਂ ਹਾਂ। ਸਾਨੂੰ ਰੱਬ ਨੇ ਸਭ ਕੁਝ ਦਿੱਤਾ ਹੈ। ਆਪਣੀ ਦੂਸਰਿਆਂ ਦੇ ਸੁੱਖ ਵੇਖ ਕੇ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ। ਧਿਆਨ ਦਿਆ ਜੇ, ਮੈਂ ਫਿਰ ਗਿਣਾਵਾਂ। ਮਿਰਗ, ਮੀਨ, ਭ੍ਰਿੰਗ, ਪਤੰਗ। ਆਪਾਂ ਪਤੰਗੇ ਤੇ ਕਿ ਆ ਗਏ। ਕੁੰਚਰ, ਹੁਣ ਆ ਗਿਆ ਆਚਰਣ, ਕਰੈਕਟਰ। ਤੇ ਜਿਹੜਾ ਕੁੰਚਰ ਹੈ, ਹਾਥੀ ਹੈ, ਉਹਦੇ ਵਿੱਚ ਇੱਕ ਐਬ ਹੈ, ਉਹ ਕਾਮੀ ਹੈ। ਤੇ ਕਾਮ ਵਾਸ਼ਨਾ ਉਹਦੇ ਅੰਦਰ ਭਰੀ ਪਈ ਹੈ, ਹੋਰ ਕੋਈ ਐਬ ਨਹੀਂ ਹੈ। ਤੇ ਜਦੋਂ ਹਾਥੀ ਨੂੰ ਕਾਬੂ ਕਰਨਾ ਹੋਵੇ ਨਾ, ਆ ਗੁਜਰਾਤ ਦੀ ਸਾਈਡ ਜਿਹੜੇ ਜਦੋਂ ਜੰਗਲਾਂ ਵਿੱਚੋਂ ਹਾਥੀ ਨਿਕਲਦੇ ਸਨ ਤੇ ਉਹ ਫੜ ਲੈਂਦੇ ਸਨ। ਜਿਹੜੇ ਮੁਹਾਵਤ ਹੁੰਦੇ ਸਨ, ਫੜਦੇ ਦੱਸਾਂ ਕਿੱਦਾਂ ਸਨ।
ਉਹ ਬਹੁਤ ਵੱਡਾ ਟੋਇਆ ਪੁੱਟ ਕੇ ਉੱਤੇ ਪਤਲੀ ਜੀ ਛੰਨ ਕਾਨਿਆਂ ਦੀ ਪਾ ਕੇ ਤੇ ਕਾਗਜ਼ ਦੀ ਕਲਬੂਤ ਹਥਣੀ ਬਣਾ ਦਿੰਦੇ ਸਨ। ਤੇ ਜਦੋਂ ਹਥਣੀ ਨੂੰ ਵੇਖਣਾ ਅੰਨਾ ਹੋਇਆ, ਜਦੋਂ ਕਹਿੰਦੇ ਨੇ ਕਾਮ ਮਨੁੱਖ ਦੇ ਉੱਤੇ ਸਵਾਰ ਹੁੰਦਾ ਹੈ ਨਾ, ਬੰਦਾ ਅੰਨਾ ਹੋ ਜਾਂਦਾ। ਅੰਨਾ ਮੀਨਸ ਇਹ ਨਹੀਂ ਵੀ ਇਹਨੂੰ ਅੱਖਾਂ ਤੋਂ ਦਿਸਦਾ ਨਹੀਂ, ਦਿਸਦਾ ਜ਼ਰੂਰ ਹੈ, ਪਰ ਮੱਤ ਕਰਕੇ ਉਹ ਮਾਰਿਆ ਜਾਂਦਾ। ਉਹਦੀ ਮੱਤ ਜਿਹੜੀ ਹੈ ਕਾਬੂ ਵਿੱਚ ਰਹਿੰਦੀ ਨਹੀਂ ਹੁੰਦੀ। ਉਹਦਾ ਜਿਹੜਾ ਮਨ ਹੈ, ਮਾਈਂਡ ਹੈ ਜਿਹੜਾ, ਉਹ ਅਗਿਆਨਤਾ ਦੇ ਹਨੇਰੇ ਵਿੱਚ ਚਲੇ ਜਾਂਦਾ ਹੈ। ਜਦੋਂ ਕਾਮ ਵਾਸ਼ਨਾ ਵਿੱਚ ਹੋਵੇ ਮਨੁੱਖ, ਨਾ ਪਰਾਇਆ ਵੇਖਦਾ, ਨਾ ਆਪਣਾ ਵੇਖਦਾ, ਨਾ ਸੰਸਾਰ ਵੇਖਦਾ, ਨਾ ਲੰਘਦਿਆਂ ਵੇਖਦਾ, ਨਾ ਤੁਰਦਿਆਂ ਵੇਖਦਾ। ਦੁਨੀਆ ਤੁਰੀ ਜਾ ਰਹੀ, ਅਸੀਂ ਕੀ ਕਰ ਰਹੇ ਹਾਂ? ਅੰਨਾ ਹੋ ਗਿਆ। ਹਾਥੀ ਜਿਹੜਾ ਹੈ ਅੰਨਾ ਹੋ ਗਿਆ। ਆਇਆ, ਉਸਨੇ ਕਲਬੂਤ ਵੇਖਿਆ, ਸਣੀ ਦਾ ਆਇਆ ਤੇ ਉਸ ਪਾਸੇ ਵਧਿਆ ਤੇ ਟੋਇਆ ਪੁੱਟਿਆ ਪਿਆ ਸੀ, ਉਸ ਵਿੱਚ ਡਿੱਗਿਆ। ਜਿਵੇਂ ਹੀ ਡਿੱਗਾ ਟੋਏ ਦੇ ਵਿੱਚ, ਮੁਹਾਵਦ ਨੇ ਵੇਖਿਆ ਹੁਣ 1 ਦਿਨ 2 ਦਿਨ 3 ਦਿਨ, ਜਦੋਂ ਭੁੱਖਾ ਰਹਿ ਕੇ ਫਿਰ ਇੱਕ ਕਿਸਮ ਦੀ ਆਵਾਜ਼ ਕੱਢਦਾ। ਜਦੋਂ ਆਵਾਜ਼ ਕੱਢਦਾ ਹੈ ਨਾ ਹਾਥੀ, ਤੇ ਉਸ ਸਮੇਂ ਜਿਹੜਾ ਫੜਨ ਵਾਲਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹਨੇ ਹੁਣ ਈਨ ਕਬੂਲ ਕਰ ਲਈ ਹੈ, ਇਹ ਹੁਣ ਨਿਰਬਲ ਹੋ ਗਿਆ ਹੈ, ਇਹਦੇ ਵਿੱਚ ਹੁਣ ਕੋਈ ਬਲ ਨਹੀਂ ਰਹਿ ਗਿਆ। ਤੇ ਉਹ ਫਿਰ ਬਾਹਰ ਕੱਢ ਲੈਂਦਾ, ਬਾਹਰ ਕੱਢ ਕੇ ਉਹਦੇ ਪੈਰਾਂ ਨੂੰ ਸੰਗਲ ਮਾਰ ਦਿੰਦਾ। ਤੇ ਫਿਰ ਕਰਦਾ ਕੀ ਹੈ? ਸਿਰ ਦੇ ਵਿੱਚ ਅੰਕਸ਼ ਮਾਰਨਾ ਸ਼ੁਰੂ ਕਰਦਾ। ਅੰਕਸ਼, ਲੋਹੇ ਦਾ ਅੰਕਸ਼ ਮਾਰਦਾ। ਪੈਰਾਂ ਨੂੰ ਉਹ ਜੰਜੀਰਾਂ ਬੰਨ੍ਹ ਦਿੰਦਾ ਲੋਹੇ ਦਾ ਅੰਕਸ਼ ਮਾਰ ਕੇ। ਫਿਰ ਉਸ ਨੂੰ ਆਪਣੀ ਈਨ ਮਨਾ ਕੇ ਉਹਦੇ ਉੱਤੇ ਭਾਰ ਲੱਦ ਦਿੰਦਾ, ਭਾਰ ਲੱਦ ਦਿੰਦਾ। ਸਦਾ ਲਈ ਉਹ ਇੱਕ ਕੈਦੀ ਹੋ ਕੇ ਰਹਿ ਜਾਂਦਾ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਵਿੱਚ ਇੱਕ ਪਸ਼ੂ ਦੇ ਵਿੱਚ ਇੱਕ ਐਬ ਹੈ। ਮਨੁੱਖ, ਤੇਰੇ ਅੰਦਰ ਸਾਰੇ ਦੇ ਸਾਰੇ ਭਰੇ ਪਏ ਨੇ, ਦੱਸ ਉਹਨਾਂ ਦੀ ਕੀ ਹਾਲਤ ਹੋਈ? ਤੇ ਜੇ ਦੇ ਵਿੱਚ ਉਹਨਾਂ ਦੇ ਵਿੱਚ ਤੇ ਇੱਕ ਐਬ ਸੀ, ਤੇਰੇ ਵਿੱਚ ਸਾਰੇ, ਉਹਨਾਂ ਨੂੰ ਦੱਸ ਹੁਣ ਤੇਰਾ ਕੀ ਬਣੇਗਾ? ਉਹਨਾਂ ਦਾ ਕੀ ਬਣਿਆ ਤੇ ਤੇਰਾ ਕੀ ਬਣੇਗਾ? ਮਿਰਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼। ਇੱਕ ਐਬ ਸੀ ਤੇ ਵਿਨਾਸ਼ ਹੋ ਗਿਆ। ਮੇਰੇ ਪਾਤਸ਼ਾਹ ਜੀ ਸਾਨੂੰ ਅੱਜ ਦੇ ਹੁਕਮ ਵਿੱਚ ਕਹਿੰਦੇ ਨੇ, ਬੰਦਿਆ ਤੇਰੇ ਵਿੱਚ ਤੇ ਸਾਰੇ ਦੇ ਸਾਰੇ ਐਬ ਇਹ ਜਿਹੜੇ ਮੈਂ ਗਣਵਾਏ ਨੇ, ਅਤੇ ਅਹੰਗ ਰੋਗ ਭਰਿਆ ਹੋਇਆ। ਕਿਆ? ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਔਰ ਅਹੰਗ ਰੋਗ। ਅਰ ਦਾ ਕਰਾਂਗੇ ਅਰਥ ਅਤੇ, ਅਹੰਗ ਦਾ ਕਰਾਂਗੇ ਹੰਕਾਰ, ਜਿਸ ਨੂੰ ਰੋਜ਼ ਅਸੀਂ ਪੜ੍ਹਦੇ ਹਾਂ। ਇਹ ਸਾਰਿਆਂ ਤੋਂ ਭੈੜਾ ਰੋਗ ਜੀ। ਹੰਕਾਰ ਨੂੰ ਵੱਖਰਾ ਕਰ ਦਿੱਤਾ। ਹੰਕਾਰ ਜਿਹੜਾ ਨਿਰੰਕਾਰ ਤੱਕ ਨਹੀਂ ਪਹੁੰਚਣ ਦਿੰਦਾ। ਹੰਕਾਰ ਨਿਰੰਕਾਰ ਦੇ ਮਾਰਗ ਦੇ ਵਿੱਚ ਰੁਕਾਵਟ ਬਣ ਜਾਂਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਹੰਕਾਰ ਜਿਹੜਾ ਸਾਰਿਆਂ ਤੋਂ, ਰੋਜ਼ ਅਸੀਂ ਆਸਾ ਜੀ ਕੀ ਵਾਰ ਵਿੱਚ ਪੜ੍ਹਦੇ ਹਾਂ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹਉਮੈ ਬਹੁਤ ਵੱਡਾ ਰੋਗ ਮਨੁੱਖ ਨੂੰ ਲੱਗਿਆ ਹੋਇਆ ਹੈ। ਵੀ ਗੁਰੂ ਪੁੱਛੋ ਵੀ ਦਾਤਿਆ ਜੇ ਰੋਗ ਲੱਗਾ ਹੈ ਤੇ ਰੋਗ ਦੀ ਦਵਾਈ ਕੋਈ ਨਹੀਂ, ਔਸ਼ਧੀ ਕੋਈ ਨਹੀਂ? ਹਾਂ, ਆ ਜਿਹੜਾ ਹੁਣ ਰੋਗ ਲੱਗਾ ਇਹਨੇ ਸੰਸਾਰ ਨੂੰ ਅੱਜ ਤੱਕ ਸਮੇਂ ਦੀਆਂ ਹਕੂਮਤਾਂ ਕੋਲੋਂ ਬੜੇ ਬੜੇ ਸਕਾਲਰ ਬੈਠੇ ਨੇ, ਬੜੇ ਬੜੇ ਸਾਇੰਸਦਾਨ ਬੈਠੇ ਨੇ, ਬੜੇ ਬੜੇ ਡਾਕਟਰ ਬੈਠੇ ਨੇ, ਸਾਇੰਸ ਪੜ੍ਹ ਕੇ ਅਜੇ ਤੱਕ ਕੋਈ ਦਵਾਈ ਤਿਆਰ ਨਹੀਂ ਹੋਈ। ਸਾਰੀਆਂ ਹਕੂਮਤਾਂ ਨੇ ਹੱਥ ਖੜੇ ਕਰ ਦਿੱਤੇ ਨੇ, ਕੋਈ ਦਵਾਈ ਤਿਆਰ ਨਹੀਂ ਹੋਈ। ਤੇ ਮੇਰੇ ਪਾਤਸ਼ਾਹ ਦੇ ਕੋਲੋਂ ਪੁੱਛੀਏ, ਪਾਤਸ਼ਾਹ ਜਿਹੜਾ ਹੰਕਾਰ ਹੈ ਬਹੁਤ ਭੈੜਾ ਭਿਆਨਕ ਰੋਗ ਹੈ, ਨਿਰੰਕਾਰ ਤੱਕ ਜਾਣ ਨਹੀਂ ਦਿੰਦਾ। ਕਿਉਂਕਿ ਤੁਸੀਂ ਰੋਜ਼ ਹੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਹੋ ਹਉਮੈ ਦੀਰਘ ਰੋਗ ਹੈ। ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਦਾਰੂ ਭੀ ਇਸ ਮਾਹੇ ਕੀ ਕਿਰਪਾ ਕਰੇ। ਜੇ ਕਿਧਰੇ ਆਪਣੀ ਉਹ ਦਾਤਾ ਕਿਰਪਾ ਕਰ ਦੇਵੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦੇਵੇ। ਭਾਵ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ ਨੂੰ ਆਪਣੇ ਅੰਦਰ ਗ੍ਰਹਿਣ ਕਰ ਲਵੇ। ਤੇ ਜਿਹੜੇ ਭਾਈ ਗੁਰੂ ਦੇ ਉਪਦੇਸ਼, ਗੁਰੂ ਦੇ ਹੁਕਮ ਨੂੰ ਗ੍ਰਹਿਣ ਕਰ ਲੈਂਦੇ ਨੇ, ਉਹਨਾਂ ਨੂੰ ਇਹ ਫਿਰ 5 ਜਿਹੜੇ ਆਏ ਨੇ ਨਾ, ਮਿਰਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਇਹ ਫਿਰ ਇਹਨਾਂ ਨੂੰ ਐਬ ਸਤਾਉਂਦੇ ਨਹੀਂ। ਐਬਾਂ ਨੂੰ ਇਹ ਆਪਣੇ ਹਿਸਾਬ ਨਾਲ ਚਲਾਉਂਦੇ ਨੇ, ਐਬ ਉੱਤੇ ਹਾਵੀ ਨਹੀਂ ਹੁੰਦੇ। ਮੇਰੇ ਸਤਿਗੁਰੂ ਜੀ ਸਾਨੂੰ ਆ ਸਮਝਾ ਰਹੇ ਨੇ, ਇਹ ਤਨ ਤੇ ਸਗਲ ਦੂਰ ਕੀਨ,
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੇਰੇ ਤੇ ਮੇਰੇ ਮਾਲਕ ਨੇ ਐਡਾ ਵੱਡਾ ਪਰਉਪਕਾਰ ਕੀਤਾ, ਐਡਾ ਵੱਡਾ ਗੁਣ ਕਰ ਦਿੱਤਾ ਕਿ ਇਹ ਮੇਰੇ ਅੰਦਰੋਂ ਐਬ ਕੱਢ ਕੇ ਬਾਹਰ ਰੱਖ ਦਿੱਤੇ ਨੇ। ਬੰਧਨ ਤੋਰ ਸ਼ੋਰ ਵਿਖਿਆ ਤੇ ਬੰਧਨ ਕਿਹੜੇ ਨੇ? ਮੋਹ ਮਾਇਆ ਦੀਆਂ ਜੰਜੀਰਾਂ। ਪੈਰਾਂ ਨੂੰ ਜਿਹੜੀਆਂ ਜੰਜੀਰਾਂ ਪੈਂਦੀਆਂ ਨੇ ਉਹ ਤੁਰਨ ਨਹੀਂ ਦਿੰਦੀਆਂ, ਹੱਥ ਘੜੀਆਂ ਕੁਝ ਕਰਨ ਨਹੀਂ ਦਿੰਦੀਆਂ। ਮੇਰੇ ਪਾਤਸ਼ਾਹ ਜੀ ਸਾਨੂੰ ਕਹਿੰਦੇ ਨੇ ਸਾਨੂੰ ਮੋਹ ਮਾਇਆ ਦੀਆਂ ਇਹ ਜੰਜੀਰਾਂ ਪਈਆਂ ਹੋਈਆਂ ਨੇ, ਪੈਰਾਂ ਨੂੰ ਬੇੜੀਆਂ ਪਈਆਂ ਨੇ, ਹੱਥਾਂ ਨੂੰ ਹੱਥ ਘੜੀਆਂ ਪਈਆਂ ਨੇ। ਕਿਹੜੀਆਂ? ਬੰਧਨ। ਤੋੜ ਦਿੱਤੇ ਮੋਹ ਮਾਇਆ ਦੇ ਬੰਧਨ ਤੋਰ ਸ਼ੋਰ ਵਿਖਿਆ ਤੇ ਫਿਰ ਕੀ ਆਖਿਆ? ਗੁਰ ਕੋ ਸ਼ਬਦ। ਇਹ ਬੰਧਨ ਕਿਵੇਂ ਟੁੱਟਦੇ ਨੇ? ਗੁਰ ਕੋ ਸ਼ਬਦ, ਜਦੋਂ ਗੁਰੂ ਦੇ ਸ਼ਬਦ ਨੂੰ ਮੇਰਾ ਹੀ ਹਰੈ ਦੀਨ, ਹੀਰਾ ਤੋਂ ਤਾਂ ਭਾਵ ਹੈ ਹਿਰਦੇ ਦੇ ਵਿੱਚ ਰੱਖ ਦਿੱਤਾ, ਹਿਰਦੇ ਦੇ ਅੰਦਰ ਟਿਕਾ ਦਿੱਤਾ। ਭਾਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਹੈ ਉਹਨਾਂ ਦੇ ਅੰਦਰੋਂ ਸਾਰੇ ਦੇ ਸਾਰੇ ਐਬ ਨਿਕਲ ਜਾਂਦੇ ਨੇ। ਤੇ ਜਿਨ੍ਹਾਂ ਦੇ ਅੰਦਰੋਂ ਐਬ ਨਿਕਲ ਜਾਣ, ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਸੂਰਮਾ ਉਹ ਬਣ ਜਾਂਦਾ ਹੈ, ਉਹ ਆਪਣਾ ਆਪ ਨਿਸ਼ਾਵਰ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਪਰ ਜਿਹੜੇ ਜਿਸ ਦੇ ਅੰਦਰ ਗੁਰੂ ਦੇ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਨਹੀਂ, ਉਹ ਫਿਰ ਸਦਾ ਹੀ ਡਰਿਆ ਤੇ ਸਹਿਮਿਆ ਰਹਿੰਦਾ ਹੈ। ਮੇਰਾ ਪ੍ਰਸੰਗ ਇਹ ਚੱਲ ਰਿਹਾ ਸੀ, ਡਗਮਗ ਛਾੜ ਰੇ ਮਨ ਬੌਰਾ, ਹੇ ਕਮਲਿਆ ਹੇ ਝੱਲਿਆ, ਤੂੰ ਇਹ ਦੁਚਿੱਤਾਪਨ ਵਿੱਚ ਜਿਹੜਾ ਪਿਆ ਹੋਇਆ ਛੱਡ ਦੇ। ਗੁਰੂ ਦੀ ਸ਼ਰਨ ਵਿੱਚ ਆਇਆ ਹੈ ਤੇ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦੇ, ਗੁਰੂ ਜ਼ਰੂਰ ਤੇਰੀ ਰਾਖੀ ਰੱਖੇਗਾ। ਅੱਜ ਦੇ ਹੁਕਮ ਦੀ ਵਿਚਾਰ ਮੇਰੇ ਕੋਲ ਹੋ ਸਕੀ ਹੈ ਕਿਉਂਕਿ ਸਮਾਂ ਨਹੀਂ ਇਜਾਜ਼ਤ ਦੇ ਰਿਹਾ। ਪ੍ਰਸੰਗ ਮੇਰਾ ਇਹ ਸੀ ਕਿ ਆਨੰਦਗੜ੍ਹ ਨੂੰ ਸਤਿਗੁਰੂ ਜੀ ਜਦੋਂ ਛੱਡਦੇ ਨੇ, ਜਦੋਂ ਵਲੀ ਹਸਨ ਵੱਲੋਂ ਕੁਰਾਨ ਸ਼ਰੀਫ ਪੇਸ਼ ਕੀਤੀ ਜਾਂਦੀ ਹੈ ਜਿਹਦੇ ਉੱਤੇ ਸਹੁੰ ਲਿਖੀ ਹੈ ਔਰੰਗਜ਼ੇਬ ਨੇ, ਅਤੇ 22 ਧਾਰ ਦੇ ਰਾਜੇ ਗਊ ਆਟੇ ਦੀ ਬਣਾ ਕੇ ਗਲ ਵਿੱਚ ਚਿੱਠੀ ਪਾ ਕੇ ਭੇਜਦੇ ਨੇ, ਦਾਤਿਆ ਇਸ ਇੱਕ ਵਾਰੀ ਆਨੰਦਪੁਰ ਨੂੰ ਛੱਡ ਦੇ। ਉਸ ਪ੍ਰਸੰਗ ਚੱਲ ਰਿਹਾ ਸੀ। ਪਰ ਮੈਂ ਅੱਜ ਆਪ ਜੀ ਦੇ ਨਾਲ ਇਹ ਸ਼ਬਦ ਜਿਹੜਾ ਸਾਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ, ਹੁਕਮਨਾਮੇ ਦੀ ਹੀ ਕਥਾ ਕਰ ਸਕਿਆ। ਮੇਰੀਆਂ ਭੁੱਲਾਂ ਨਾ ਚਤਾਰਨੀਆਂ। ਇਹ ਪ੍ਰਸੰਗ ਨੂੰ ਮੈਂ ਲੜੀਵਾਰ ਜ਼ਰੂਰ ਅੱਗੇ ਰੱਖਾਂਗਾ ਕੱਲ੍ਹ ਦੇ ਸਮੇਂ ਵਿੱਚ। ਰਸਨਾ ਨੂੰ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।